ਸਮੂਹ ਜਲੰਧਰ ਨਿਵਾਸੀਆਂ ਨੂੰ ਜੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਹੜਾ ਕੋਵਿਡ-19 ਨੂੰ ਲੈ ਕੇ ਜ਼ਿਲ੍ਹੇ ਦੀ ਲੇਟੈਸਟ ਪੋਜੀਸ਼ਨ ਹੈ, ਉਸ 'ਚ ਹੁਣ ਤੱਕ ਜਿਹੜੇ ਕਨਫਰਮਡ ਕੇਸਿਸ ਨੇ ਉਹ 19,202 ਨੇ, ਜਿਨ੍ਹਾਂ ਦੇ ਵਿੱਚੋਂ ਇਸ ਸਮੇਂ ਜਿਹੜੇ ਐਕਟਿਵ ਕੇਸ ਨੇ ਉਹ 746 ਕੇਸਿਸ ਇਸ ਟਾਈਮ ਐਕਟਿਵ ਨੇ, ਤੇ ਹੁਣ ਤੱਕ ਜਿਹੜੇ ਕੇਸਿਸ ਕਿਉਰ ਹੋ ਚੁੱਕੇ ਨੇ ਉਹ 17,848 ਨੇ। ਸੋ ਤਕਰੀਬਨ 93% ਜਿਹੜੇ ਮਰੀਜ਼ ਹੈ ਟੋਟਲ ਉਹ ਠੀਕ ਹੋ ਕੇ ਆਪਣੇ ਘਰ ਵਾਪਸ ਜਾ ਚੁੱਕੇ ਨੇ, ਤੇ ਹੁਣ ਤੱਕ ਜਿਹੜੀ ਇਹ ਜ਼ਿਲ੍ਹੇ ਦੇ ਵਿੱਚ 608 ਮੌਤਾਂ ਹੋਈਆਂ ਨੇ ਕੋਵਿਡ ਦੇ ਵਿੱਚ। ਜਿਹੜੀ ਸਾਡੀ ਕੇਸ ਫੈਟਿਲਿਟੀ ਰੇਟ ਹੈ ਇਸ ਦੇ ਵਿੱਚ ਜਲੰਧਰ ਜ਼ਿਲ੍ਹੇ ਦੀ ਜਿੰਨਾ ਮਤਲਬ ਟੋਟਲ ਨੰਬਰ ਆਫ ਡੈਥਸ ਨੂੰ ਜੇਕਰ ਆਪਾਂ ਭਾਗ ਕਰਦੇ ਹਾਂ ਪੋਜ਼ਿਟਿਵ ਕੇਸਾਂ ਦੇ ਉੱਤੇ, ਉਹ 3.17% ਹੈ, ਤਾਂ 3.17% ਦੀ CFR ਹੈ, ਜਿਹੜਾ ਪੰਜਾਬ ਦੇ ਵਿੱਚ ਜਲੰਧਰ 11ਵੇਂ ਨੰਬਰ 'ਤੇ ਹੈ। ਅਤੇ ਅਸੀਂ ਚਾਹੁੰਦੇ ਹਾਂ ਵੀ ਕੇਸ ਫੈਟਿਲਿਟੀ ਰੇਟ ਸਾਡੀ ਹੋਰ ਘਟੇ, ਅਤੇ ਉਹਦੇ ਵਿੱਚ ਉਹ CFR ਨੂੰ ਘਟਾਉਣ ਲਈ ਚਾਹੀਦਾ ਵੀ ਸਾਡੀ ਮੌਤ ਦੀ ਦਰ ਘਟੇ, ਡੈਥਸ ਘੱਟ ਹੋਣ, ਅਤੇ ਜਿਹੜੀ ਸਾਡੀ ਪੋਜ਼ਿਟਿਵ ਕੇਸਿਸ ਦੀ ਡਿਟੈਕਸ਼ਨ ਹੈ, ਅਰਲੀ ਡਿਟੈਕਸ਼ਨ ਵੱਧ ਤੋਂ ਵੱਧ ਹੋਵੇ। ਆ ਪਿੱਛੇ ਜਿਹੜਾ ਖਾਸ ਕਰ ਜਿਹੜਾ ਵੇਵ 2 ਆਪਾਂ ਕਹਿੰਦੇ ਹਾਂ, ਜਿਹਦੇ ਅਸੀਂ ਕਰ ਰਹੇ ਸੀ ਕਿ ਵੀ ਸ਼ਾਇਦ ਕੇਸਿਸ ਦੁਬਾਰਾ ਸਰਜ ਕਰਨਗੇ, ਸਰਜ ਤਾਂ ਕੀਤਾ, ਬਟ ਇਹਦੇ ਵਿੱਚ ਪਹਿਲਾਂ ਸਾਡੇ ਕੋਲ ਜਦੋਂ ਵੇਵ 1 ਦੇ ਵਿੱਚ 300-350 ਕੇਸਿਸ ਤੱਕ ਆਉਣ ਲੱਗੇ ਸੀਗੇ ਜਲੰਧਰ ਜ਼ਿਲ੍ਹੇ ਦੇ ਵਿੱਚ, ਅਤੇ ਹੁਣ ਜਦ ਇਹ ਸਰਦੀਆਂ ਦੇ ਵਿੱਚ ਕੇਸ ਵਧੇ ਤਾਂ ਇੱਕ ਵਾਰ 70-80 ਤੱਕ ਡਰੋਪ ਕਰ ਗਏ ਸੀਗੇ, ਫਿਰ 150 ਤੱਕ ਆਏ। ਪਰ ਸਾਨੂੰ ਪਹਿਲਾਂ ਲੱਗਦਾ ਸੀਗਾ ਵੀ ਜੀ ਦਿੱਲੀ ਦੇ ਵਿੱਚ ਬਹੁਤ ਕੇਸਿਸ ਵਧ ਰਹੇ ਨੇ, ਸ਼ਾਇਦ ਇੱਥੇ ਵੀ 350-400 ਕੇਸਿਸ ਆਉਣ ਲੱਗ ਜਾਣਗੇ, ਪਰ ਇੰਨੇ ਕੇਸ ਨਹੀਂ ਵਧੇ। ਬਟ ਇੱਕ ਜਿਹੜਾ ਚਿੰਤਾ ਦਾ ਵਿਸ਼ਾ ਇਹ ਬਣਾ ਰਿਹਾ ਕਿ ਕੇਸਿਸ ਤਾਂ 100-150 ਦੇ ਵਿਚਕਾਰ ਹੀ ਆ ਰਹੇ ਨੇ, ਬਟ ਜਿਹੜੀ ਰੋਜ਼ ਦੀ 2-3-4 ਡੈਥਸ ਔਨ ਐਨ ਐਵਰੇਜ ਹੋ ਰਹੀਆਂ ਨੇ, ਜਿਹੜਾ ਕਿ ਹਾਲੇ ਵੀ ਚਿੰਤਾ ਦਾ ਵਿਸ਼ਾ ਹੈ, ਜਿਸ ਦੇ ਕਰਕੇ ਸਾਡੀ ਐਂਡ ਪੰਜਾਬ ਦੀ ਵੀ ਇਨ ਜਨਰਲ CFR ਥੱਲੇ ਨਹੀਂ ਆ ਰਹੀ ਹੈ। ਤਾਂ ਇਹਦਾ ਜਿਹੜਾ ਅਸੀਂ ਵੱਖ-ਵੱਖ ਡਾਕਟਰਸ ਨਾਲ ਗੱਲ ਕਰ ਰਹੇ ਤਾਂ ਇਹੀ ਸੁਣਨ 'ਚ ਆ ਰਿਹਾ ਵੀ ਇਹ ਜਿਹੜੇ ਸਰਦੀਆਂ ਦੇ ਵਿੱਚ ਖੰਘ ਜ਼ੁਕਾਮ ਹੋਰ ਜਿਹੜੇ ਲੱਖਣ ਨੇ ਉਹਨਾਂ ਨੂੰ ਲੋਕੀ ਕੋਵਿਡ ਦੇ ਨਾਲ ਕਨਫਿਊਜ਼ ਕਰ ਲੈਂਦੇ ਨੇ ਅਤੇ ਸੋਚਦੇ ਨਾਰਮਲ ਕਫ ਐਂਡ ਕੋਲਡ ਹੈ, ਤਾਂ ਬਹੁਤ ਜ਼ਿਆਦਾ ਸੀਰੀਅਸ ਪੇਸ਼ੈਂਟ ਰਿਪੋਰਟ ਹੋ ਰਹੇ ਨੇ। ਜਿਹੜੀ ਰੋਜ਼ ਦੀ 3 ਤੋਂ 4 ਮੌਤਾਂ ਹੋ ਰਹੀਆਂ ਨੇ, ਜਦੋਂ ਅਸੀਂ ਪੁੱਛਦੇ ਹਾਂ ਵੀ ਕਿਉਂ ਹੋ ਰਹੀਆਂ ਮੌਤਾਂ, ਹੁਣ ਤਾਂ ਕੇਸਿਸ ਵੀ ਘਟ ਗਏ ਨੇ, ਅਤੇ ਇਹੀ ਰੀਜ਼ਨ ਸਾਨੂੰ ਡਾਕਟਰਸ ਦੱਸ ਰਹੇ ਨੇ ਕਿ ਜੀ ਪੇਸ਼ੈਂਟ ਆਉਂਦੇ ਹੀ 24 ਘੰਟਿਆਂ ਦੇ ਵਿੱਚ ਕੋਲੈਪਸ ਹੋ ਰਹੇ ਨੇ। ਸੋ ਬਹੁਤ ਜ਼ਿਆਦਾ ਲੇਟ ਰਿਪੋਰਟਿੰਗ ਚੱਲ ਰਹੀ ਹੈ। ਸੋ ਮੇਰੀ ਬਾਰ-ਬਾਰ ਆਹੀ ਬੇਨਤੀ ਹੈ ਸਾਰਿਆਂ ਨੂੰ ਵੀ ਇਸ ਟਾਈਮ ਜਿੱਦਾਂ ਹੀ ਪੋਜ਼ਿਟਿਵ ਕੇਸ ਆਉਂਦਾ ਹੈ ਅਤੇ ਗੌਰਮੈਂਟ ਵੱਲੋਂ ਇੱਕ ਫ੍ਰੀ ਕਿੱਟ ਦਿੱਤੀ ਜਾਂਦੀ ਜਿਸ ਦੇ ਵਿੱਚ ਪਲਸ ਆਕਸੀਮੀਟਰ ਨਾਲ ਤੁਸੀਂ ਆਕਸੀਜਨ ਲੈਵਲ ਨਾਪ ਸਕਦੇ ਹੋ। ਇਸ ਟਾਈਮ ਜਿਹੜੇ ਪੇਸ਼ੈਂਟ ਆ ਰਹੇ ਨੇ ਕੋਈ 50% ਆਕਸੀਜਨ 'ਤੇ 60% ਆਕਸੀਜਨ 'ਤੇ 24 ਤੇ 48 ਘੰਟੇ ਦੇ ਵਿੱਚ ਕੋਲੈਪਸ ਹੋਣ ਵਾਲੇ ਬਹੁਤ ਜ਼ਿਆਦਾ ਕੇਸਿਸ ਆ ਰਹੇ ਨੇ, ਉਹਨਾਂ ਦੀ ਪਰਸੈਂਟੇਜ ਵੱਧ ਗਈ ਹੈ। ਹਾਲਾਂਕਿ ਓਵਰਆਲ 3 ਤੋਂ 4 ਡੈਥਸ ਹੀ ਹੈ, ਪਰ ਇਹ ਚਿੰਤਾ ਦਾ ਵਿਸ਼ਾ ਹੈ। ਅਤੇ ਇਸ ਵਿਸ਼ਾ ਦੇ ਉੱਤੇ ਹੋਰ ਗੱਲ ਕਰਨ ਲਈ ਅੱਜ ਆਪ ਜੀ ਦੇ ਸਾਹਮਣੇ ਅਸੀਂ ਰੂਬਰੂ ਕਰਨ ਲੱਗੇ ਡਾਕਟਰ ਚਰਨਜੀਤ ਪਰੂਥੀ ਜੀ ਨੂੰ, ਜਿਹੜੇ ਕਿ ਇੱਥੇ ਕੈਪੀਟਲ ਹੌਸਪੀਟਲ ਨੂੰ ਚਲਾ ਰਹੇ ਨੇ, ਅਤੇ ਉਹ ਆਪ ਜੀ ਦੇ ਨਾਲ ਵੀ ਸਾਂਝਾ ਕਰਨਗੇ ਵੀ ਕਿੱਦਾਂ ਅਸੀਂ ਹੋਰ ਪ੍ਰੀਕੋਸ਼ਨ ਵਰਤ ਕਰਕੇ ਆਪਣੀ ਡੈਥਸ ਨੂੰ ਆਪਣਾ ਸਾਡਾ ਇਹ ਹੈ ਵੀ ਕਿਸੇ ਨੂੰ ਵੀ ਜੇਕਰ ਕੋਵਿਡ ਹੁੰਦਾ ਹੈ ਅਤੇ ਉਹ ਠੀਕ ਹੋ ਕੇ ਆਪਣੇ ਘਰ ਚਲਾ ਜਾਵੇ, ਆਹੀ ਸਾਡਾ ਉਪਰਾਲਾ ਹੈ। ਅਤੇ ਅੱਜ ਅਸੀਂ ਸੁਣਦੇ ਹਾਂ ਡਾਕਟਰ ਚਰਨਜੀਤ ਪਰੂਥੀ ਨੂੰ ਵੀ ਕੀ ਹੋਰ ਅਸੀਂ ਪ੍ਰੀਕੋਸ਼ਨ ਵਰਤ ਸਕਦੇ ਹਾਂ। ਧੰਨਵਾਦ। ਮੈਂ ਡਾਕਟਰ ਚਰਨਜੀਤ ਸਿੰਘ ਪਰੂਥੀ ਕੈਪੀਟਲ ਹਸਪਤਾਲ ਜਲੰਧਰ ਤੋਂ ਬੋਲ ਰਿਹਾ। ਸਭ ਨਾਲੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਇੱਥੇ ਕੋਵਿਡ ਦੀ ਬਿਮਾਰੀ ਦੀ ਗੱਲਬਾਤ ਕਰਨ ਵਾਸਤੇ ਬੈਠੇ ਹਾਂ, ਅਤੇ ਮੈਂ ਦੱਸਣਾ ਚਾਹਾਂਗਾ ਕਿ ਕੋਵਿਡ ਇੱਕ ਉਹ ਬਿਮਾਰੀ ਹੈ ਜਿਹੜੀ ਸੰਨ 2019 ਦੇ ਵਿੱਚ ਵੂਹਾਨ ਜਿਹੜੇ ਚਾਈਨਾ ਦਾ ਇੱਕ ਸ਼ਹਿਰ ਹੈ ਉੱਥੇ ਇਹ ਵਾਇਰਸ ਲੱਭੀ ਸੀ। ਇਹ ਵਾਇਰਸ ਸਾਰਸ ਗਰੁੱਪ ਦੀ ਇੱਕ ਵਾਇਰਸ ਹੈ, ਕਿਉਂਕਿ 2019 ਸੰਨ 'ਚ ਲੱਭੀ ਸੀ, ਇਸ ਕਰਕੇ ਇਹਨੂੰ ਕੋਵਿਡ-19 ਕਹਿ ਦਿੰਦੇ ਹਾਂ। ਇਹ ਵਾਇਰਸ ਬਹੁਤ ਹੀ ਇਨਫੈਕਟਿਵ ਹੈ, ਬਹੁਤ ਜ਼ਿਆਦਾ ਇਨਫੈਕਟਿਵ ਡਿਜ਼ੀਜ਼ ਹੈ। ਇਹ ਬਹੁਤ ਜ਼ਿਆਦਾ ਫੈਲਦੀ ਹੈ ਅਤੇ ਬਹੁਤ ਜਲਦੀ ਫੈਲਦੀ ਹੈ। ਜਿਵੇਂ ਚਾਈਨਾ ਦੇ ਵਿੱਚ ਇਹ ਬਿਮਾਰੀ ਫੈਲੀ ਅਤੇ ਉੱਥੋਂ ਪਤਾ ਲੱਗਿਆ ਕਿ ਇਸ ਬਿਮਾਰੀ ਨੂੰ ਕੰਟਰੋਲ ਕਰਨ ਵਾਸਤੇ ਸਾਨੂੰ ਕੀ ਹਦਾਇਤਾਂ ਵਰਤਣੀਆਂ ਚਾਹੀਦੀਆਂ ਹਨ, ਤਾਂ ਉਹਦੇ ਮੁਤਾਬਕ WHO ਨੇ ਅਤੇ ਸਾਡੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੇ ਕੁਝ ਹਦਾਇਤਾਂ ਜਾਰੀ ਕੀਤੀਆਂ ਤਾਂ ਕਿ ਆਪਾਂ ਇਸ ਬਿਮਾਰੀ 'ਤੇ ਕਾਬੂ ਪਾ ਸਕੀਏ। ਉਹਨਾਂ ਹਦਾਇਤਾਂ ਦੇ ਵਿੱਚੋਂ ਇੱਕ ਹਦਾਇਤ ਹੈ ਕਿ ਅਸੀਂ ਸੋਸ਼ਲ ਡਿਸਟੈਂਸਿੰਗ ਰੱਖੀਏ, ਕਿ ਆਪਣੇ ਆਪ ਨੂੰ ਇੱਕ ਦੂਜੇ ਤੋਂ 2 ਮੀਟਰ ਤੋਂ ਵੱਧ ਡਿਸਟੈਂਸ ਬਣਾ ਕੇ ਰੱਖੀਏ। ਦੂਸਰੀ ਸੀ ਪ੍ਰੀਕਾਸ਼ਨ ਕਿ ਅਸੀਂ ਮਾਸਕ ਲਾ ਕੇ ਰੱਖੀਏ, ਆਪਣੇ ਨੱਕ ਅਤੇ ਮੂੰਹ ਨੂੰ ਮਾਸਕ ਦੇ ਰਾਹੀਂ ਢੱਕ ਕੇ ਰੱਖੀਏ
ਤੇ ਤੀਸਰੀ ਪ੍ਰੀਕਾਸ਼ਨ ਇਹ ਹੈ ਕਿ ਅਸੀਂ ਬਾਰ-ਬਾਰ ਆਪਣੇ ਹੱਥਾਂ ਨੂੰ ਧੋਈਏ, ਚਾਹੇ ਉਹ ਸਾਬਣ ਤੇ ਪਾਣੀ ਨਾਲ ਤੇ ਚਾਹੇ ਉਹ ਸੈਨੀਟੇਸ਼ਨ ਜਿਹੜਾ ਅਲਕੋਹਲ ਦਾ ਇੱਕ ਸੋਲੂਸ਼ਨ ਹੈ ਉਹਦੇ ਨਾਲ ਧੋਈਏ, ਤਾਂ ਕਿ ਸਾਡੇ ਹੱਥ ਜਿਹੜੇ ਸਾਫ਼ ਰੱਖ ਸਕਣ, ਤਾਂ ਕਿ ਅਸੀਂ ਫਿਜ਼ੀਕਲ ਜਿਹੜੇ ਸਰਵਿਸਿਜ਼ ਨੇ ਉੱਥੇ ਵੀ ਅਗਰ ਸਾਡੇ ਹੱਥ ਲੱਗਦੇ ਨੇ ਤੇ ਉੱਥੇ ਵੀ ਅਗਰ ਕੋਵਿਡ ਦੀ ਵਾਇਰਸ ਦੇ ਕੋਈ ਕਣ ਹਨ ਤਾਂ ਅਸੀਂ ਉਹਨਾਂ ਤੋਂ ਆਪਣਾ ਬਚਾਅ ਕਰ ਸਕੀਏ। ਤਾਂ ਇਹ 3 ਪ੍ਰੀਕਾਸ਼ਨ ਤਾਂ ਉਹ ਨੇ ਜਿਹੜੀਆਂ ਅਸੀਂ ਲੈਣੀਆਂ ਨੇ। ਤੇ ਚੌਥੀ ਪ੍ਰੀਕਾਸ਼ਨ ਜਿਹੜੀ ਸਭ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਘਰੋਂ ਬਾਹਰ ਉਦੋਂ ਹੀ ਜਾਈਏ ਜਦੋਂ ਬਹੁਤ ਜ਼ਰੂਰੀ ਹੋਵੇ, ਕਿਉਂਕਿ ਜਦੋਂ ਅਸੀਂ ਰਸ਼ ਵਾਲੇ ਏਰੀਆ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਕਰਾਊਡ ਹੋਵੇ, ਬਹੁਤ ਜ਼ਿਆਦਾ ਰਸ਼ ਹੋਵੇ, ਸਪੋਜ਼ ਕਰੋ ਉੱਥੇ ਤੁਸੀਂ ਵਿਆਹ ਸ਼ਾਦੀ ਤੇ ਜਾਂਦੇ ਹੋ, ਉੱਥੇ ਕਰਾਊਡ ਹੈ, ਉੱਥੇ ਰਸ਼ ਹੈ, 100 ਬੰਦਾ ਇਕੱਠਾ ਹੋਇਆ ਹੈ, ਉੱਥੇ ਇੱਕ ਬੰਦੇ ਨੂੰ ਇਨਫੈਕਸ਼ਨ ਹੈ ਤੇ ਹੋ ਸਕਦਾ ਉਹ ਬੰਦਾ ਕਈਆਂ ਨੂੰ ਇਹ ਬਿਮਾਰੀ ਦੇ ਜਾਵੇ। ਤਾਂ ਇਹ ਸੀ ਇੰਪੋਰਟੈਂਟ 4 ਪ੍ਰੀਕਾਸ਼ਨਸ ਕਿ ਅਸੀਂ ਆਪਣੇ ਆਪ ਨੂੰ ਘਰੋਂ ਬਾਹਰ ਉਦੋਂ ਲਿਜਾਈਏ ਜਦੋਂ ਬਹੁਤ ਜ਼ਿਆਦਾ ਜ਼ਰੂਰੀ ਹੋਵੇ, ਆਪਣੇ ਆਪ ਨੂੰ ਰਸ਼ ਵਾਲੇ ਇਲਾਕੇ ਦੇ ਵਿੱਚ, ਭੀੜ ਵਾਲੇ ਇਲਾਕੇ ਦੇ ਵਿੱਚ ਜਾਣ ਤੋਂ ਗੁਰੇਜ਼ ਕਰੀਏ। ਕੋਵਿਡ-19 ਬਿਮਾਰੀ ਜਦੋਂ ਹੁੰਦੀ ਹੈ ਤਾਂ ਇਹ ਬਿਮਾਰੀ ਦੀਆਂ ਕੁਝ ਅਲਾਮਤਾਂ ਹਨ, ਜਿਹਦੇ ਵਿੱਚ ਬੁਖਾਰ ਜਿਹੜਾ ਹਲਕਾ ਵੀ ਹੋ ਸਕਦਾ ਹੈ ਤੇ ਬਹੁਤ ਜ਼ਿਆਦਾ ਤੇਜ਼ ਵੀ ਹੋ ਸਕਦਾ ਹੈ ਤੇ ਚਿਲਜ਼ ਨਾਲ ਵੀ, ਕਾਂਬੇ ਨਾਲ ਵੀ ਹੋ ਸਕਦਾ ਹੈ। ਫਿਰ ਇਸ ਦੇ ਨਾਲ ਡਰਾਈ ਕਫ, ਜ਼ੁਕਾਮ ਦਾ ਲੱਗਣਾ, ਇਰੀਟੇਬਿਲਿਟੀ, ਜੁਆਇੰਟ ਪੇਨਸ, ਬਾਡੀ ਏਕਸ, ਮਸਲ ਏਕਸ, ਇਹ ਸਾਰੀਆਂ ਹੁੰਦੀਆਂ ਹਨ। ਤੇ ਜੇ ਬਿਮਾਰੀ ਇਸ ਤੋਂ ਅੱਗੇ ਵੱਧਦੀ ਹੈ ਤਾਂ ਕਈ ਵਾਰੀ ਡਿਲੀਰੀਅਮ, ਕਨਫਿਊਜ਼ਨ ਜਿਹੜੀ ਕਿ ਘਬਰਾਹਟ ਜਾਂ ਨੀਂਦ ਦਾ ਨਾ ਆਉਣਾ, ਇਹਨਾਂ ਡਿਸਟਰਬੈਂਸਿਸ ਦੇ ਵਿੱਚ ਜੇ ਬਿਮਾਰੀ ਇਸ ਤੋਂ ਉੱਪਰਲੀ ਸਟੇਜ ਦੇ ਵਿੱਚ ਪਹੁੰਚ ਜਾਂਦੀ ਹੈ ਤੇ ਪੇਸ਼ੈਂਟ ਜਿਹੜਾ ਹੈ ਉਹ ਸ਼ੌਕ 'ਚ ਆ ਜਾਂਦਾ ਕਿ ਬਲੱਡ ਪ੍ਰੈਸ਼ਰ ਫਾਲ ਕਰ ਜਾਂਦਾ ਤੇ ਉਹਦੀ ਜਿਹੜੀ ਆਕਸੀਜਨ ਸੈਚੂਰੇਸ਼ਨ ਹੈ ਉਹ ਫਾਲ ਕਰ ਜਾਂਦੀ ਹੈ, ਉਹਦਾ ਬਰੀਥਿੰਗ ਡਿਫਿਕਲਟੀ ਸ਼ੁਰੂ ਹੋ ਜਾਂਦੀਆਂ, ਸਾਹ ਲੈਣਾ ਮੁਸ਼ਕਲ ਹੋ ਜਾਂਦੇ ਨੇ। ਇਹ ਕੁਝ ਅਲਾਮਤਾਂ ਨੇ ਜਿਹੜੀਆਂ ਅਸੀਂ ਆਮ ਦੇਖਦੇ ਹਾਂ ਕਿ ਪੇਸ਼ੈਂਟਸ ਨੂੰ ਆਉਂਦੀਆਂ ਨੇ। ਇਹ ਜ਼ਰੂਰੀ ਨਹੀਂ ਕਿ ਇਹ ਸਾਰੀਆਂ ਅਲਾਮਤਾਂ ਹਰ ਮਰੀਜ਼ ਦੇ ਵਿੱਚ ਆਉਣ। ਦੇਖਣ ਦੇ ਵਿੱਚ ਆਇਆ ਕਿ 80% ਮਰੀਜ਼ ਉਹ ਨੇ ਜਿਹੜੇ ਮਰੀਜ਼ਾਂ ਨੂੰ ਮਾਈਲਡ ਜੀ ਡਿਜ਼ੀਜ਼ ਹੋਈ, ਸਾਨੂੰ ਪਤਾ ਵੀ ਨਹੀਂ ਲੱਗਾ, ਬੰਦਾ ਘਰ ਆਪਣੇ ਆਪ ਹੀ ਠੀਕ ਹੋ ਗਿਆ ਜਾਂ ਥੋੜ੍ਹੀ ਬਹੁਤੀ ਦਵਾਈ ਲਈ ਤੇ ਠੀਕ ਹੋ ਗਿਆ ਤੇ ਸਾਨੂੰ ਕੁਝ ਨਹੀਂ ਪਤਾ ਲੱਗਾ। 20% ਪੇਸ਼ੈਂਟ ਉਹ ਨੇ ਜਿਨ੍ਹਾਂ ਦੇ ਵਿੱਚ ਬਿਮਾਰੀ ਜਿਹੜੀ ਉਹ ਥੋੜ੍ਹੀ ਜਿਹੀ ਜ਼ਿਆਦਾ ਹੋ ਜਾਂਦੀ ਹੈ ਤੇ ਉਹ ਹਸਪੀਟਲਾਈਜ਼ ਹੋ ਜਾਂਦੇ ਨੇ ਤੇ ਉੱਥੋਂ ਉਹਨਾਂ ਵਿੱਚੋਂ 15% ਮਰੀਜ਼ ਜਿਹੜੇ ਨੇ 10-12 ਦਿਨ ਦੇ ਵਿੱਚ ਠੀਕ ਹੋ ਕੇ ਆਪਣੇ ਘਰ ਚਲੇ ਜਾਂਦੇ ਹਨ ਤੇ ਠੀਕ ਠਾਕ ਨੋਰਮਲ ਹੋ ਜਾਂਦੇ ਹਨ। 5% ਮਰੀਜ਼ ਉਹ ਨੇ ਜਿਨ੍ਹਾਂ ਦੇ ਵਿੱਚ ਇਹ ਬਿਮਾਰੀ ਥੋੜ੍ਹੀ ਜਿਹੀ ਘਾਤਕ ਰੂਪ ਧਾਰਨ ਕਰ ਲੈਂਦੀ ਹੈ। ਉਹ 5% ਆਮ ਕਰਕੇ ਦੇਖਣ 'ਚ ਆਇਆ ਕਿ ਉਹ ਹੁੰਦੇ ਨੇ ਕਿ ਜਿਨ੍ਹਾਂ ਦੀ ਉਮਰ ਜਿਹੜੀ ਹੈ ਉਹ 60-65 ਸਾਲ ਤੋਂ ਜ਼ਿਆਦਾ ਹੈ, ਜਿਨ੍ਹਾਂ ਨੂੰ ਫੇਫੜੇ ਦੇ ਵਿੱਚ ਕੋਈ ਪੁਰਾਣੀ ਬਿਮਾਰੀ ਹੈ ਜਾਂ ਦਿਲ ਦੀ ਕੋਈ ਪੁਰਾਣੀ ਬਿਮਾਰੀ ਹੈ ਜਾਂ ਕਿਡਨੀ ਦੀ ਕੋਈ ਪੁਰਾਣੀ ਬਿਮਾਰੀ ਹੈ ਜਾਂ ਉਹਨਾਂ ਨੂੰ ਸ਼ੂਗਰ ਹੈ ਜਾਂ ਓਬੈਸਿਟੀ ਹੈ। ਜੇ ਇਹ ਕੋਮੋਰਬਿਡਿਟੀਜ਼, ਇਹ ਬਿਮਾਰੀਆਂ ਨਾਲ ਹੋਣ ਤੇ ਇਸ ਕੋਵਿਡ ਬਿਮਾਰੀ ਦਾ ਘਾਤਕ ਰੂਪ ਧਾਰਨ ਕਰਨਾ ਸੌਖਾ ਹੋ ਜਾਂਦਾ ਹੈ। ਤੇ ਜਦੋਂ ਇਹ ਬਿਮਾਰੀ ਇਸ ਰੂਪ 'ਚ ਆ ਜਾਂਦੀ ਹੈ ਤਾਂ ਉਦੋਂ ਪੇਸ਼ੈਂਟ ਨੂੰ ਲਗਾਤਾਰ ਆਕਸੀਜਨ ਦੀ ਲੋੜ ਪੈਂਦੀ, ਕਿਉਂਕਿ ਇਹਨਾਂ ਦੇ ਨਾਲ ਫੇਫੜੇ ਦੇ ਵਿੱਚ ਨਮੂਨੀਆ ਬਣ ਜਾਂਦਾ ਹੈ। ਜਦੋਂ ਫੇਫੜੇ ਦੇ ਵਿੱਚ ਨਮੂਨੀਆ ਬਣ ਜਾਂਦੇ ਤੇ ਸਾਡੀ ਬਾਡੀ ਦੀ ਜਿਹੜੀ ਆਕਸੀਜਨ ਜਿਹੜੀ ਸਾਨੂੰ 97, 98, 99% ਚਾਹੀਦੀ ਹੈ ਉਹ ਪੂਰੀ ਨਹੀਂ ਹੋ ਪਾਉਂਦੀ ਤੇ ਫਿਰ ਸਾਨੂੰ ਆਕਸੀਜਨ ਲਾਉਣੀ ਪੈਂਦੀ ਹੈ। ਆਕਸੀਜਨ ਪਹਿਲਾਂ ਤਾਂ ਅਸੀਂ ਨਾਰਮਲ ਨੇਜ਼ਲ ਪ੍ਰੋਂਗ ਨਾਲ ਲਾਤੀ ਜਾਂ ਬਾਡੀ ਫੇਸ ਦੇ ਉੱਤੇ ਮਾਸਕ ਰੱਖ ਕੇ ਲਾ ਦਿੱਤੀ। ਜੇ ਉਹਦੇ ਨਾਲ ਸਾਡੀ ਰਿਕੁਆਇਰਮੈਂਟ ਪੂਰੀ ਹੋ ਜਾਂਦੀ ਹੈ ਤਾਂ ਬਹੁਤ ਵਧੀਆ ਹੈ, ਤੇ ਲੇਕਿਨ ਜੇ ਇਸ ਤੋਂ ਉੱਪਰ ਬਿਮਾਰੀ ਚੱਲ ਜਾਂਦੀ ਹੈ ਤਾਂ ਫਿਰ ਸਾਨੂੰ ਇੱਕ ਬਾਈਪੈਪ ਮਸ਼ੀਨ ਹੁੰਦੀ ਹੈ ਜਿਹੜੀ ਕਿ ਨੋਨ ਇਨਵੇਸਿਵ ਵੈਂਟੀਲੇਸ਼ਨ ਹੁੰਦੀ ਹੈ, ਉਹਦੇ ਨਾਲ ਮਸ਼ੀਨ 'ਤੇ ਲਾਉਂਦੇ ਹਾਂ ਤੇ ਕਈ ਵਾਰੀ ਪੇਸ਼ੈਂਟ ਦੀ ਆਕਸੀਜਨ ਉਹਦੇ ਨਾਲ ਠੀਕ ਹੋ ਜਾਂਦੀ ਹੈ। ਬਹੁਤ ਘੱਟ ਪੇਸ਼ੈਂਟ ਐਸੇ ਹੁੰਦੇ ਨੇ 100 'ਚੋਂ 2% ਜਾਂ 3% ਜਿਨ੍ਹਾਂ ਨੂੰ ਇਸ ਤੋਂ ਉੱਪਰ ਵੈਂਟੀਲੇਟਰ ਲਾਉਣ ਦੀ ਲੋੜ ਪੈ ਜਾਂਦੀ ਹੈ, ਜਿਨ੍ਹਾਂ ਦੇ ਵਿੱਚ ਨਮੂਨੀਆ ਬਹੁਤ ਜ਼ਿਆਦਾ ਵੱਧ ਰਿਹਾ ਹੁੰਦਾ ਹੈ ਤੇ ਜਿਹੜੀ ਸਾਈਟੋਕਾਈਨ ਰਸ਼ ਦੇ ਵਿੱਚ ਜਿਹੜਾ 5ਵੇਂ ਤੇ 11ਵੇਂ ਦਿਨ ਜਿਹੜੇ ਇਹ ਬਿਮਾਰੀ ਦੀ ਸਿਵੈਰਿਟੀ ਵਧਣ ਦੇ ਚਾਂਸਸ ਜ਼ਿਆਦਾ ਹੁੰਦੇ ਨੇ ਤੇ ਉਦੋਂ ਉਹਨਾਂ ਨੂੰ ਵੈਂਟੀਲੇਟਰ ਲਾਉਣ ਦੀ ਲੋੜ ਪੈ ਜਾਂਦੀ ਹੈ ਤੇ ਵੈਂਟੀਲੇਟਰ ਦੇ ਨਾਲ ਅਸੀਂ ਉਹਦੀ ਆਕਸੀਜਨ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਇਹ ਹੈਗਾ ਇਹਦਾ ਟਰੈਕ ਰਿਕਾਰਡ ਕਿ ਜੋ ਅਸੀਂ ਕਿ ਕੋਵਿਡ ਫੇਜ਼ 1 ਦੇ ਵਿੱਚ ਦੇਖਿਆ ਕਿ ਬਿਮਾਰੀ 80% ਲੋਕਾਂ ਦੇ ਵਿੱਚ ਨਾਰਮਲ ਰੂਪ 'ਚ ਹੋਈ, 20% ਲੋਕਾਂ ਦੇ ਵਿੱਚ ਵੱਧ ਹੋਈ, ਉਹਨਾਂ 'ਚੋਂ 5% ਲੋਕਾਂ ਦੇ ਵਿੱਚ ਜ਼ਿਆਦਾ ਸੀਰੀਅਸ ਹੋਈ ਤੇ ਉਹ 5% ਲੋਕਾਂ ਦੇ ਵਿੱਚੋਂ 2-3% ਲੋਕ ਜਿਹੜੀ ਆਪਣੀ ਜਾਨ ਗਵਾ ਲੈਂਦੇ ਨੇ। ਤਾਂ ਇਹ ਸੰਕਟ ਨੂੰ ਦੇਖਦੇ ਹੋਏ ਮੇਰਾ ਤੁਹਾਨੂੰ ਸਾਰਿਆਂ ਨੂੰ ਇਹ ਸੁਨੇਹਾ ਹੈ ਕਿ ਆਪਾਂ ਇਸ ਬਿਮਾਰੀ ਨੂੰ ਇਹਦੀਆਂ ਜਿਹੜੀਆਂ ਪ੍ਰੀਵੈਂਟਿਵ ਮੈਜਰਸ ਨੇ ਉਹਨਾਂ ਉੱਤੇ ਜ਼ੋਰ ਦੇ ਕੇ ਆਪਣੇ ਆਪ ਨੂੰ ਇਹਦੇ ਤੋਂ ਬਚਾਉਣ ਦੀ ਕੋਸ਼ਿਸ਼ ਕਰੀਏ। ਆਪਣੇ ਜਿਹੜੇ ਬਜ਼ੁਰਗ ਬੰਦੇ ਨੇ ਘਰ ਦੇ ਵਿੱਚ 60, 65, 70 ਸਾਲ ਦੇ, ਉਹਨਾਂ ਨੂੰ ਘਰੋਂ ਬਾਹਰ ਨਾ ਜਾਣ ਦਈਏ ਤਾਂ ਕਿ ਨਾ ਇੱਧਰ ਉੱਧਰ ਬਹੁਤਾ ਜਾਣ। ਨਾ ਹੀ ਤੁਹਾਡੇ ਘਰ ਦੇ ਵਿੱਚ ਸਪੋਜ਼ ਕਰੋ ਤੁਹਾਡੇ ਘਰ ਦੇ ਵਿੱਚ ਕੋਈ ਸਰਵੈਂਟ ਕੰਮ ਕਰਨ ਆਉਂਦਾ ਹੈ, ਉਹ ਆਪਣੇ ਘਰੋਂ ਆਪਣੇ ਇਲਾਕੇ ਦੇ ਵਿੱਚੋਂ ਬਿਮਾਰੀ ਲੈ ਕੇ ਤੁਹਾਨੂੰ ਫੈਲਾ ਜਾਂਦਾ ਹੈ। ਤਾਂ ਕੋਸ਼ਿਸ਼ ਕੀਤਾ ਜਾਵੇ ਕਿ ਆਪਣਾ ਘੱਟ ਤੋਂ ਘੱਟ ਰਿਸੋਰਸਿਸ ਦੇ ਨਾਲ ਆਪਾਂ ਇਹ ਸਮਾਂ ਕੱਢੀਏ ਤਾਂ ਕਿ ਅਸੀਂ ਕੋਵਿਡ-19 ਦੇ ਸੈਕੰਡ ਫੇਜ਼ 'ਚੋਂ ਜਲਦੀ ਬਾਹਰ ਨਿਕਲੀਏ। ਕਿਉਂਕਿ ਜੇ ਕੋਵਿਡ-19 ਦਾ ਸੈਕੰਡ ਫੇਜ਼ ਕਮਿਊਨਿਟੀ ਟਰਾਂਸਮਿਸ਼ਨ ਹੋ ਗਈ ਤਾਂ ਥਰਡ ਫੇਜ਼ ਜਿਹੜਾ ਉਹ ਇਸ ਤੋਂ ਵੀ ਮਾੜਾ ਹੋਏਗਾ। ਤਾਂ ਮੇਰਾ ਅਖੀਰ ਦੇ ਵਿੱਚ
ਸਾਰਿਆਂ ਨੂੰ ਇੱਕੋ ਹੀ ਸੁਨੇਹਾ ਹੈ ਕਿ ਆਪਾਂ ਇਹਦੀਆਂ ਪ੍ਰੀਕਾਸ਼ਨਸ ਲੈ ਕੇ ਇਸ ਬਿਮਾਰੀ ਤੋਂ ਬਚਾਅ ਕਰਨ ਨੂੰ ਕੋਸ਼ਿਸ਼ ਕਰੀਏ ਤੇ ਇਸ ਬਿਮਾਰੀ ਨੂੰ ਫਰਦਰ ਫੈਲਣ ਤੋਂ ਰੋਕੀਏ। ਆਖਿਰ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਤੇ ਉਮੀਦ ਕਰਦਾ ਕਿ ਤੁਸੀਂ ਇਹਨਾਂ ਪ੍ਰੀਕਾਸ਼ਨਸ ਨੂੰ ਲੈ ਕੇ ਇਸ ਬਿਮਾਰੀ ਨੂੰ ਫੈਲਾਅ ਤੋਂ ਰੋਕੋਗੇ।